ਸਤਿ ਸ਼੍ਰੀ ਅਕਾਲ ਜੀ। ਮੈਂ ਸਰਦਾਰ ਹਰਜੀਤ ਸਿੰਘ, ਮੈਥ ਮਾਸਟਰ, ਸਰਕਾਰੀ ਹਾਈ ਸਕੂਲ ਸ਼ੇਖੇ ਪਿੰਡ, ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। ਪਿਆਰੇ ਵਿਦਿਆਰਥੀਓ, ਅੱਜ ਅਸੀਂ 9ਵੀਂ ਜਮਾਤ ਦੇ ਗਣਿਤ ਵਿਸ਼ੇ ਨਾਲ ਸੰਬੰਧਿਤ 7ਵੇਂ ਅਧਿਆਇ ਤ੍ਰਿਭੁਜਾਂ ਦੇ ਨਾਲ ਸੰਬੰਧਿਤ ਵਰਕਸ਼ੀਟ ਦੇ ਸਵਾਲਾਂ ਨੂੰ ਹੱਲ ਕਰਾਂਗੇ। ਤੇ ਆਓ ਬੱਚਿਓ, ਸਭ ਤੋਂ ਪਹਿਲਾਂ ਅਸੀਂ ਇੱਕ ਨੰਬਰ ਦੇ ਸਵਾਲ ਕਰ ਲੈਂਦੇ ਹਾਂ। ਪਹਿਲਾ ਸਵਾਲ ਹੈ, ਇੱਕ ਤ੍ਰਿਭੁਜ ਵਿੱਚ ਡੈਸ਼ ਭੁਜਾਵਾਂ ਅਤੇ ਡੈਸ਼ ਕੋਣ ਹੁੰਦੇ ਹਨ। ਪਿਆਰੇ ਬੱਚਿਓ, ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਇੱਕ ਤ੍ਰਿਭੁਜ ਵਿੱਚ 3 ਭੁਜਾਵਾਂ ਹੁੰਦੀਆਂ ਹਨ ਅਤੇ 3 ਹੀ ਕੋਣ ਹੁੰਦੇ ਹਨ। ਸੋ ਇਸ ਦਾ ਉੱਤਰ ਆ ਗਿਆ 3 ਭੁਜਾਵਾਂ ਅਤੇ 3 ਹੀ ਕੋਣ। ਦੂਸਰਾ ਸਵਾਲ ਜੋ ਸਾਡੇ ਕੋਲ ਹੈ ਪਿਆਰੇ ਬੱਚਿਓ, ਇੱਕ ਤ੍ਰਿਭੁਜ ਵਿੱਚ ਡੈਸ਼ ਸ਼ਿਖਰ ਹੁੰਦੇ ਹਨ। ਸੋ ਇਸ ਦਾ ਉੱਤਰ ਵੀ ਹੈ 3। ਤੀਸਰੇ ਸਵਾਲ ਵੱਲ ਵਧਦੇ ਹਾਂ। ਸਾਨੂੰ 2 ਤ੍ਰਿਭੁਜ ਦਿੱਤੇ ਹੋਏ ਹਨ, ABC ਅਤੇ PQR, ਜਿਨ੍ਹਾਂ ਵਿੱਚ AB ਬਰਾਬਰ ਹੈ PQ, AC ਬਰਾਬਰ ਹੈ QR ਅਤੇ BC ਬਰਾਬਰ ਹੈ PR। ਸੋ ਇਸ ਨਾਲ ਸੰਬੰਧਿਤ ਜੋ ਸਵਾਲ ਹੈ ਉਹ ਹੈ ਤ੍ਰਿਭੁਜ ABC ਅਤੇ ਤ੍ਰਿਭੁਜ PQR ਡੈਸ਼ ਤ੍ਰਿਭੁਜ ਹਨ। ਪਿਆਰੇ ਬੱਚਿਓ, SSS ਸਰਬੰਗ ਸਮਤਾ ਦੇ ਅਨੁਸਾਰ ਇਹ ਦੋਵੇਂ ਤ੍ਰਿਭੁਜ ਸਰਬੰਗਸਮ ਹਨ। ਸੋ ਅਗਲੇ ਸਵਾਲ ਵੱਲ ਵਧਦੇ ਹਾਂ। ਅਗਲਾ ਸਵਾਲ ਹੈ, ਭੂ ਕੋ ਭੂ ਸਰਬੰਗ ਸਮਤਾ ਵਿੱਚ ਭੂ ਬਰਾਬਰ ਡੈਸ਼, ਕੋ ਬਰਾਬਰ ਡੈਸ਼ ਅਤੇ ਭੂ ਬਰਾਬਰ ਡੈਸ਼। ਪਿਆਰੇ ਬੱਚਿਓ, ਅਸੀਂ ਜਾਣਦੇ ਹਾਂ ਕਿ ਭੂ ਬਰਾਬਰ ਭੁਜਾ, ਕੋ ਬਰਾਬਰ ਕੋਣ ਅਤੇ ਭੂ ਬਰਾਬਰ ਫਿਰ ਤੋਂ ਭੁਜਾ ਹੋਵੇਗੀ। ਇਸੇ ਨਾਲ ਮਿਲਦਾ ਜੁਲਦਾ ਅਗਲਾ ਸਵਾਲ ਹੈ, ਕੋ ਭੂ ਕੋ ਸਰਬੰਗ ਸਮਤਾ ਵਿੱਚ ਕੋ ਕੀ ਹੈ, ਭੂ ਕੀ ਹੈ ਅਤੇ ਕੋ ਕੀ ਹੈ। ਸੋ ਪਿਆਰੇ ਬੱਚਿਓ, ਇਸ ਦਾ ਉੱਤਰ ਤੁਸੀਂ ਜਾਣਦੇ ਹੋ। ਕੋ ਮਤਲਬ ਕੋਣ, ਭੂ ਮਤਲਬ ਭੁਜਾ ਅਤੇ ਕੋ ਮਤਲਬ ਕੋਣ। 6ਵਾਂ ਸਵਾਲ ਜੋ ਸਾਡੇ ਕੋਲ ਹੈ ਉਹ ਹੈ, ਸ ਕ ਭ ਸਰਬੰਗ ਸਮਤਾ ਵਿੱਚ ਸ, ਕ ਅਤੇ ਭ ਕੀ ਹੈ। ਪਿਆਰੇ ਬੱਚਿਓ, ਸ ਦਾ ਮਤਲਬ ਹੈ ਸਮਕੋਣ, ਕ ਦਾ ਮਤਲਬ ਹੈ ਕਰਨ ਅਤੇ ਭ ਦਾ ਮਤਲਬ ਹੈ ਭੁਜਾ। ਪਿਆਰੇ ਬੱਚਿਓ, ਇਹ ਵੀ ਸਰਬੰਗ ਸਮਤਾ ਦਾ ਇੱਕ ਨਿਯਮ ਹੈ। ਸੋ ਵਧਦੇ ਹਾਂ 7ਵੇਂ ਸਵਾਲ ਵੱਲ। ਤ੍ਰਿਭੁਜ ABC ਅਤੇ ਤ੍ਰਿਭੁਜ PQR ਵਿੱਚ ਭੁਜਾ AB ਬਰਾਬਰ ਭੁਜਾ PQ, ਕੋਣ A ਬਰਾਬਰ ਕੋਣ P ਅਤੇ ਭੁਜਾ AC ਬਰਾਬਰ ਭੁਜਾ PR ਦੇ ਬਰਾਬਰ ਹਨ। ਸੋ ਇਸ ਨਾਲ ਸਵਾਲ ਹੈ, ਤ੍ਰਿਭੁਜ ABC ਸਰਬੰਗਸਮ ਹੈ ਤ੍ਰਿਭੁਜ PQR ਡੈਸ਼ 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 ਨਿਯਮ ਅਨੁਸਾਰ। ਸੋ ਪਿਆਰੇ ਬੱਚਿਓ, ਇਸ ਦਾ ਉੱਤਰ ਹੋਵੇਗਾ SAS ਨਿਯਮ ਅਨੁਸਾਰ। ਅਗਲਾ ਸਵਾਲ ਹੈ, ਉਸ ਦੇ ਵਿੱਚ ਵੀ ਸਾਨੂੰ 2 ਤ੍ਰਿਭੁਜ ਦਿੱਤੇ ਹਨ, ਤ੍ਰਿਭੁਜ ABC ਅਤੇ ਤ੍ਰਿਭੁਜ PQR, ਜਿਸ ਵਿੱਚ ਕੋਣ B ਅਤੇ ਕੋਣ Q ਸਮਕੋਣ ਹਨ। AC ਕਰਨ PR ਕਰਨ ਦੇ ਬਰਾਬਰ ਹਨ ਅਤੇ BC ਭੁਜਾ QR ਭੁਜਾ ਦੇ ਬਰਾਬਰ ਹਨ। ਸੋ ਇਸ ਨਾਲ ਜੋ ਸਵਾਲ ਹੈ ਉਹ ਹੈ, ਤ੍ਰਿਭੁਜ ABC ਸਰਬੰਗਸਮ ਹੈ ਤ੍ਰਿਭੁਜ PQR ਡੈਸ਼ 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 ਨਿਯਮ ਅਨੁਸਾਰ। ਸੋ ਪਿਆਰੇ ਬੱਚਿਓ, ਇਸ ਦਾ ਉੱਤਰ ਹੋਵੇਗਾ ਸਮਕੋਣ ਕਰਨ ਭੁਜਾ, ਭਾਵ RHS। ਸੋ ਪਿਆਰੇ ਵਿਦਿਆਰਥੀਓ, 8ਵੇਂ ਸਵਾਲ ਵੱਲ ਵਧਦੇ ਹਾਂ। 8ਵਾਂ ਸਵਾਲ ਹੈ ਸਾਡੇ ਕੋਲ, ਰੇਖਾਖੰਡ AB ਤੇ AD ਅਤੇ BC ਲੰਬ ਹਨ, ਭਾਵ ਇੱਕ ਰੇਖਾਖੰਡ AB ਦਿੱਤਾ ਹੈ ਜਿਸ ਉੱਤੇ BC ਅਤੇ AD ਲੰਬ ਹਨ। ਠੀਕ ਹੈ। ਸਿੱਧ ਕਰੋ ਕਿ CD ਰੇਖਾਖੰਡ AB ਨੂੰ ਸਮਦੁਭਾਜਿਤ ਕਰਦੀ ਹੈ। CD ਰੇਖਾ AB ਨੂੰ ਸਮਦੁਭਾਜਿਤ ਕਰਦੀ ਹੈ। ਇੱਥੇ ਆਪਾਂ ਕਾਟਵਾਂ ਬਿੰਦੂ ਉਹ ਲੈ ਲੈਂਦੇ ਹਾਂ। ਠੀਕ ਹੈ ਬੱਚੋ, ਹੁਣ ਅਸੀਂ ਸਵਾਲ ਵੱਲ ਵਧਦੇ ਹਾਂ। AB ਦੇ ਉੱਤੇ 2 ਲੰਬ ਹਨ, ਉਹ ਲੰਬ ਲਿਖ ਲੈਂਦੇ ਹਾਂ ਆਪਾਂ। ਪਹਿਲਾਂ ਦਿੱਤਾ ਹੈ ਇਹਦੇ ਵਿੱਚ CB ਲੰਬ ਹੈ BA ਤੇ ਅਤੇ DA ਲੰਬ ਹੈ ਅਗੇਨ BA ਤੇ ਜਾਂ AB ਤੇ। ਠੀਕ ਹੈ ਬੱਚੇ, ਸਿੱਧ ਕਰਨਾ ਹੈ CD AB ਨੂੰ ਸਮਦੁਭਾਜਿਤ ਕਰਦੀ ਹੈ। CD ਜੋ ਹੈ AB ਨੂੰ ਸਮਦੁਭਾਜਿਤ ਕਰਦੀ ਹੈ, ਭਾਵ AB ਅਤੇ OB ਅਤੇ OA ਆਪਸ ਵਿੱਚ ਬਰਾਬਰ ਹਨ। OA ਬਰਾਬਰ OB ਆਪਾਂ ਸਿੱਧ ਕਰਨਾ ਹੈ। ਠੀਕ ਹੈ ਬੱਚੋ, ਹੁਣ ਆ ਜਾਓ ਸਬੂਤ ਵੱਲ। ਤ੍ਰਿਭੁਜ OBC ਅਤੇ ਤ੍ਰਿਭੁਜ OAD ਵਿੱਚ ਕੀ ਬਰਾਬਰ ਹੈ ਪਿਆਰੇ ਬੱਚੋ। ਸਭ ਤੋਂ ਪਹਿਲਾਂ
आ वाला कोण 1 2 नंबर दे लेने, कोण 1 बराबर 2। क्यों प्यारे बच्चों? क्योंकि जे तुसीं ध्यान नाल देखो तो सी डी रेखा और ए बी रेखा आपस में काटवीਆਂ ਹਨ ਅਤੇ ਕਾਟਵੀਆਂ ਰੇਖਾਵਾਂ ਦੇ ਵਿੱਚ ਆਮਣੇ ਸਾਹਮਣੇ ਵਾਲੇ ਕੋਣ ਹਮੇਸ਼ਾ ਬਰਾਬਰ ਹੁੰਦੇ ਹਨ ਤੇ ਇਹਨਾਂ ਨੂੰ ਆਪਾਂ ਕਹਿੰਦੇ ਆ शिखर सन्मुख कोण। ठीक है बच्चों, अगे बढ़ते हैं। कोण ओ बी सी बराबर है कोण ओ ए डी। ओ बी सी बराबर है कोण ओ ए डी। ये क्यों बराबर हैं प्यारे बच्चों? क्योंकि ये दोनों ही कोण 90 डिग्री के हैं। सानू दिता है कि दो लंब हैं तो ये लंब तो दो कोण बनते हैं तो दोनों 90 डिग्री के हैं। अगे बढ़ते हैं। सानू दिता होया है कि डी ए बराबर बी सी है। दिता है, ध्यान नाल देखो प्यारे बच्चों। कोण अगेन कोण ते फिर भुजा, दो लागवें कोण अते उस दे नाल लागवी भुजा। सो आप कह सकते हाँ कि ए एस सरबंग समता अनुसार त्रिभुज ओ बी सी सर्वंगसम है त्रिभुज ओ ए डी। अगर ये दोनों त्रिभुज सर्वंगसम हैं तो इन्हों के बाकी रहिंदे भाग भी बराबर होणगे। भाव ओ बी बराबर है ओ ए दे। क्यों बच्चों? सी पी सी टी भाव सर्वंगसम त्रिभुजां दे संगत भाग बराबर होंदे हैं। अगर ओ बी तो ओ ए आपस से बराबर हैं तो इसका मतलब है कि ओ बिंदु जिहड़ा है वो बिल्कुल ये सेंटर दे विच आ रहा है ए बी दे। या आप ये भी कह सकते हाँ कि सी डी भुजा जिहड़ी है उसने ओ बी नूं, सी डी भुजा जिहड़ी है उसने ए बी नूं की कीता होया, समदुभाजित किया होया है। आप कह सकते हाँ कि इसलिए सी डी रेखाखंड ए बी नूं समदुभाजित कर दी है। ठीक है प्यारे बच्चों, तो अगे बढ़ते हैं सवाल नंबर 9 वाल। सानू एक चित्र दिता होया है। चित्र दे विच सानू दो काटवीਆਂ रेखावां बी सी ਅਤੇ ए डी दित्तियां हैं जो कि ओ ते कटदियां हैं। चलो आओ सब तो पहला स्टेटमेंट लिखते हैं। चित्र दे विच कोण बी छोटा है कोण ए नालों ਅਤੇ कोण सी छोटा है कोण डी तो। ठीक है बच्चों, सो सिद्ध करना है, दर्शाओ कि ए डी छोटा है बी सी तो। सब तो पहले दिता है विच यही आ जाएगा बी छोटा है ए अते सी छोटा है कोण डी तो। सिद्ध करना है
AD छोटा है BC तो। सबूत ਵੱਲ ਵਧਦੇ ਹਾਂ। ਸਭ ਤੋਂ ਪਹਿਲਾਂ ਆਪਾਂ ਆਹ ਵਾਲਾ ਤ੍ਰਿਭੁਜ ਲੈ ਰਹੇ ਹਾਂ, ਤ੍ਰਿਭੁਜ OAB ਵਿੱਚ, ਤ੍ਰਿਭੁਜ OAB ਦੇ ਵਿੱਚ ਸਾਨੂੰ B ਕੋਣ ਜਿਹੜਾ ਹੈ, B ਕੋਣ ਛੋਟਾ ਹੈ A ਨਾਲੋਂ ਦਿੱਤਾ ਹੈ। ਪਿਆਰੇ ਵਿਦਿਆਰਥੀਓ, ਅਸੀਂ ਜਾਣਦੇ ਹਾਂ ਕਿ ਜਿਹੜਾ ਛੋਟਾ ਕੋਣ ਹੈ ਉਹਦੇ ਸਾਹਮਣੇ ਵਾਲੀ ਭੁਜਾ ਕੰਪੈਰੀਟਿਵਲੀ ਤੁਲਨਾਤਮਕ ਵੱਡੇ ਕੋਣ ਨਾਲੋਂ ਛੋਟੀ ਹੁੰਦੀ ਹੈ। ਭਾਵ ਕੋਣ B ਦੇ ਸਾਹਮਣੇ ਵਾਲੀ ਭੁਜਾ OA ਛੋਟੀ ਹੋਵੇਗੀ ਕੋਣ A ਦੇ ਸਾਹਮਣੇ ਵਾਲੀ ਭੁਜਾ ਤੋਂ। ਕੋਣ A ਦੇ ਸਾਹਮਣੇ ਵਾਲੀ ਭੁਜਾ ਹੈ OB। ਠੀਕ ਹੈ ਬੱਚੋ, ਇਹਨੂੰ ਆਪਾਂ ਸਮੀਕਰਨ ਨੰਬਰ 1 ਦਿੰਦੇ ਹਾਂ। ਇਹਦੇ ਰੀਜ਼ਨ ਵਿੱਚ ਤੁਸੀਂ ਲਿਖ ਸਕਦੇ ਹੋ, ਛੋਟੇ ਕੋਣ ਦੀ ਸਨਮੁਖ ਭੁਜਾ ਛੋਟੀ ਹੁੰਦੀ ਹੈ। ਇਸੇ ਤਰ੍ਹਾਂ ਤ੍ਰਿਭੁਜ ਆਪਾਂ ਜੇਕਰ ਇਹ ਲੈ ਲਈਏ, ਤ੍ਰਿਭੁਜ OCD, OCD ਤ੍ਰਿਭੁਜ ਵਿੱਚ ਸਾਨੂੰ ਕੀ ਦਿੱਤਾ ਹੈ, ਕੋਣ C ਛੋਟਾ ਹੈ ਕੋਣ D ਤੋਂ। ਸੋ ਬਿਲਕੁਲ ਇਸੇ ਤਰੀਕੇ ਨਾਲ ਕੋਣ C ਦੇ ਸਾਹਮਣੇ ਵਾਲੀ ਭੁਜਾ ਹੈ OD। ਸੋ ਜੇ ਕੋਣ ਛੋਟਾ ਹੈ C ਤੇ C ਦੇ ਸਾਹਮਣੇ ਵਾਲੀ ਭੁਜਾ ਵੀ ਛੋਟੀ ਹੋਵੇਗੀ ਕੋਣ D ਦੇ ਸਨਮੁਖ ਭੁਜਾ ਤੋਂ। ਕੋਣ D ਦੇ ਸਨਮੁਖ ਭੁਜਾ ਕਿਹੜੀ ਹੈ, OC। ਇਹਨੂੰ ਆਪਾਂ ਨਾਮ ਦੇਵਾਂਗੇ ਕੋਣ ਨੰਬਰ, ਸਮੀਕਰਨ ਨੰਬਰ 2। ਸਮੀਕਰਨ ਨੰਬਰ 1 ਅਤੇ 2 ਨੂੰ ਜੋੜਨ 'ਤੇ, ਸਮੀਕਰਨ ਨੰਬਰ 1 ਅਤੇ 2 ਨੂੰ ਜੇ ਆਪਾਂ ਜੋੜਦੇ ਹਾਂ ਤਾਂ ਸਾਡੇ ਕੋਲ ਕੀ ਆਏਗਾ, OA ਲੈਫਟ ਸਾਈਡ ਪਲੱਸ ਇਹਦੀ ਵੀ ਲੈਫਟ ਸਾਈਡ OD ਛੋਟਾ ਹੋਵੇਗਾ OB ਰਾਈਟ ਸਾਈਡ ਪਲੱਸ ਇਹਦੀ ਵੀ ਰਾਈਟ ਸਾਈਡ OC। ਠੀਕ ਹੈ ਬੱਚੋ। ਹੁਣ ਅਗਰ ਆਪਾਂ OA ਅਤੇ OD ਨੂੰ ਜੋੜੀਏ, OA ਅਤੇ OD, ਤੇ ਇਹ ਜੁੜ ਕੇ ਬਣ ਜਾਏਗਾ AD। ਛੋਟਾ ਹੋਵੇਗਾ OB ਪਲੱਸ OC, OB ਅਤੇ OC ਨੂੰ ਆਪਾਂ ਜੋੜੀਏ ਤੇ ਕੀ ਬਣ ਜਾਏਗਾ BC। ਠੀਕ ਹੈ ਬੱਚੋ, ਤੇ ਇਹੀ ਆਪਾਂ ਸਿੱਧ ਕਰਨਾ ਸੀ, AD ਲੈਸ ਦੈਨ BC। 10ਵਾਂ ਸਵਾਲ ਹੈ ਸਾਡੇ ਕੋਲ, AB ਇੱਕ ਰੇਖਾਖੰਡ ਹੈ ਅਤੇ P ਇਸ ਦਾ ਮੱਧ ਬਿੰਦੂ ਹੈ। D ਅਤੇ E ਰੇਖਾਖੰਡ AB ਦੇ ਇੱਕੋ ਪਾਸੇ ਦੋ ਬਿੰਦੂ ਹਨ। ਕਿ ਕੋਣ BAD ਬਰਾਬਰ ਹੋ ਜਾਂਦਾ ਹੈ ਕੋਣ ABE ਦੇ, ਅਤੇ ਕੋਣ EPA ਬਰਾਬਰ ਹੋ ਜਾਂਦਾ ਹੈ ਕੋਣ DPB। ਸਿੱਧ ਕਰੋ त्रिभुज DAP सर्वंगसम है त्रिभुज EBP ਅਤੇ
AD बराबर BE। सो प्यारे विद्यार्थियों, सब तो पहला ਇਹਦਾ चित्र बनाते हाँ। रेखाखंड AB ਅਤੇ P ਇਸ ਦਾ ਮੱਧ ਬਿੰਦੂ है। ठीक है बच्चों, ये पॉइंट DE P ਇਸ ਦਾ ਮੱਧ ਬਿੰਦੂ ਹੈ। ਸਾਨੂੰ ਹੋਰ ਕੀ ਦਿੱਤਾ ਹੋਇਆ ਪਿਆਰੇ ਬੱਚਿਓ, ਸਾਨੂੰ ਦਿੱਤਾ ਹੋਇਆ ਹੈ ਕਿ BAD ਬਰਾबर ABE। BAD यानी कि ये वाला कोण ABE ਦੇ ਬਰਾਬਰ ਹੈ ABE। ਆਪਾਂ ਇਹਨਾਂ ਨੂੰ ਕੋਣ ਨੰਬਰ ਪਾ ਲੈਂਦੇ ਹਾਂ, ਕੋਣ ਨੰਬਰ 1 ਅਤੇ ਕੋਣ ਨੰਬਰ 2। ਇਸੇ ਤਰੀਕੇ ਨਾਲ EPA ਇਹਨੂੰ ਕੋਣ ਨੰਬਰ 3 ਪਾ ਲੈਂਦੇ ਹਾਂ ਤੇ DPB ਇਹ ਵੀ ਆਪਸ ਵਿੱਚ ਬਰਾਬਰ ਹਨ, ਇਹਨੂੰ ਆਪਾਂ ਕੋਣ ਨੰਬਰ 4 ਦੇ ਲੈਂਦੇ ਹਾਂ। ਸੋ ਆਪਾਂ ਸਬੂਤ ਵੱਲ ਵਧਦੇ ਹਾਂ। त्रिभुज DAP ਅਤੇ त्रिभुज EBP DAP ਅਤੇ EBP ਵਿੱਚ ਕੋਣ 1 ਬਰਾਬਰ ਕੋਣ 2 ਦਿੱਤਾ ਹੈ। AP बराबर PB दिता है। कोण 3 बराबर 4 सानू दिता है। कोण 3 जमा 5 बराबर कोण 4 जमा कोण 5। असी दोनों पासे कोण 5 नूं जोड़ लिया है। सो कोण 3 जमा 5 की बनेगा APD। बराबर है कोण 4 जमा 5 की मिल के बनेगा, जिस तरह APD बनया सी हुण बनेगा BPE। सो प्यारे बच्चों, पहला एक कोण आ गया सी, फिर भुजा ते हुण अखीर ते फिर एक कोण। इसलिए असीं कह सकते हाँ ASA सरबंग समता अनुसार त्रिभुज DAP ਸਰਬੰਗਸਮ त्रिभुज EBP ਅਤੇ ਇਸ ਦੇ ਨਾਲ ਹੀ ਅਸੀਂ ਕਹਿ ਸਕਦੇ ਹਾਂ ਕਿ AD ਬਰਾਬਰ BE। ਕਿਵੇਂ ਪਿਆਰੇ ਬੱਚਿਓ, CPCT ਨਾਲ corresponding parts of congruent triangles। ਸੋ ਪਿਆਰੇ ਬੱਚਿਓ, यही असी सिद्ध करना सी DAP ਸਰਬੰਗਸਮ है EBP ਅਤੇ AD बराबर है BE। मेरे बच्चों, वर्कशीट ਦੇ ਵਿੱਚ 11ਵਾਂ ਸਵਾਲ ਅਸੀਂ ਆਲਰੇਡੀ 7.2 ਅਭਿਆਸ ਦੇ ਵਿੱਚ ਕਰ ਚੁੱਕੇ ਹਾਂ। ਸੋ वर्कशीट ਦੇ ਅਗਲੇ ਸਵਾਲ ਵੱਲ ਵਧਦੇ ਹਾਂ। ਸੋ 12ਵਾਂ ਸਵਾਲ ਜੋ ਸਾਡੇ ਕੋਲ ਹੈ ਪਿਆਰੇ ਬੱਚਿਓ, त्रिभुज ABC एक समदोभुजी त्रिभुज है जिस विच AB बराबर AC है, AB ਅਤੇ AC बराबर हैं। AP लंब BC खिंच के AP लंब खिंचा है BC ते
दर्शाओ कि कोण बी बराबर कोण सी है। आओ शुरू करते हैं। सब तो पहला दिता है की दिता है त्रिभुज ए बी सी जिस विच ए बी बराबर ए सी। ठीक है मेरे बच्चों। अते सानू दिता है ए पी लंब है बी सी। सिद्ध करना है कोण बी बराबर कोण सी। सबूत ਆਪਾਂ ਦੋਵੇਂ त्रिभुज ਲਵਾਂਗੇ ए पी बी ए पी सी। इन्हां विच देखिए की बराबर आ रहा साडे कोल। सब तो पहला कोण ए पी बी अते कोण ए पी सी बराबर हैं। ये कोण क्यों बराबर हैं प्यारे बच्चों? क्योंकि ए पी लंब है बी सी ते इसका मतलब दोनों पासे 90 डिग्री के कोण बनते हैं। भाव दोनों 90 डिग्री। उस तो बाद ए बी बराबर है ए सी। ये तो सानू दिता है। तीसरी चीज़ है अपने कोल बराबर ए पी बराबर ए पी। ये क्यों बराबर है? क्योंकि ये सांझी भुजा है। ए पी दोनों त्रिभुजा में साझा है। सो प्यारे विद्यार्थियों देखो साढ़े कोल सब तो पहला है 90 डिग्री का कोण भाव राइट एंगल। उस तो बाद समकोण के सामने वाली भुजा नूं आपां की कहते हाँ करण। तो इधर भी समकोण के सामने वाली भुजा नूं करण कहते हैं। भाव ए बी बराबर ए सी। हाइपोटेन्यूज भाव करण। तो तीसरी भुजा कोई भी साइड। सो साढ़े कोल सरबंग समता आर एच एस अनुसार दोवें त्रिभुज भाव त्रिभुज ए पी बी सरबंगसम होणगे भाव त्रिभुज ए पी सी दे। ठीक है बच्चों। सो अगर दोनों त्रिभुज सरबंगसम हैं तो उन्होंने कोरसपॉन्डिंग पार्ट्स बराबर हैं। तो असी कह सकते हाँ कि कोण बी बराबर कोण सी होगा। क्यों बच्चों? अगेन सी पी सी टी। तो यही आप सिद्ध करना सी। ठीक है मेरे बच्चों। सो बढ़ते हाँ सवाल नंबर 13 वाल। सो 13वां सवाल है चित्र विच भाव सानू एक चित्र दिता हुआ है। सब तो पहला आप चित्र बना लेने हाँ। चित्र विच ओ ए बराबर ओ बी अते ओ डी बराबर ओ सी है। भाव ओ ए ते ओ बी बराबर हैं। ओ डी अते
ओ सी आपस से बराबर हैं। सिद्ध करो कि त्रिभुज ए ओ डी सर्वंगसम है त्रिभुज बी ओ सी ਅਤੇ ए डी समांतर है बी सी। सिद्ध करो कि त्रिभुज ए ओ डी सर्वंगसम बी ओ सी ਅਤੇ ए डी समांतर बी सी है। सो प्यारे बच्चों, ਦਿੱਤਾ है तो शुरुआत करते हैं। ਸਾਨੂੰ चित्र ਦੇ ਵਿੱਚ ओ ए बराबर ओ बी ਅਤੇ ओ डी बराबर ओ सी ਦਿੱਤਾ ਹੋਇਆ है। सिद्ध करना है नंबर 1, त्रिभुज ए ओ डी सर्वंगसम त्रिभुज बी ओ सी ਅਤੇ ए डी समांतर है बी सी ਦੇ। सबूत त्रिभुज आप यही दो ले लांगे। सब तो पहला असी त्रिभुज लवांगे ए ओ डी अते बी ओ सी। ए ओ डी अते बी ओ सी विच ओ ए बराबर है ओ बी ਦਿੱਤਾ है। प्यारे बच्चों, इन्होंने दोनों कोणों ਨੂੰ ਆਪਾਂ ਕੋਣ नंबर 1 ਅਤੇ ਕੋਣ नंबर 2 मान ਲੈਂਦੇ ਹਾਂ। सो कोण नंबर 1 बराबर हो जाएगा कोण नंबर 2। ये दोवें कोण बराबर क्यों हैं? क्योंकि ये कोण हैं शिखर सन्मुख कोण। ठीक है बच्चों, क्योंकि ए बी ਅਤੇ सी डी ਉਹ ਬਿੰਦੂ ਤੇ ਕੱਟਦੀਆਂ ਹਨ ਅਤੇ ਇਸ ਲਈ ਕਾਟਵੀਆਂ ਰੇਖਾਵਾਂ ਦੇ ਵਿੱਚ ਬਣੇ ਆਮਣੇ ਸਾਹਮਣੇ ਵਾਲੇ ਕੋਣਾਂ ਨੂੰ शिखर सन्मुख कोण ਕਹਿੰਦੇ ਹਨ ਤੇ ਇਹ ਦੋਵੇਂ ਕੋਣ ਬਰਾਬਰ ਹੁੰਦੇ ਹਨ। ਤੀਸਰਾ ਆ ਗਿਆ ਸਾਡੇ ਕੋਲ OD बराबर OC। प्यारे बच्चों, ये भी सानू दिता है। सो ध्यान नाल देखिए, पहला साइड फिर एंगल फिर साइड। सो असी कह सकते हाँ साइड एंगल साइड सर्वांग समता अनुसार त्रिभुज ए ओ डी सर्वंगसम है त्रिभुज बी ओ सी। ठीक है मेरे बच्चों, पहला जिहड़ा साडा प्रूफ सी वो सिद्ध कर दिता। हुण आपां वेखांगे कि कोण सी बराबर कोण डी। ये क्यों बराबर है? CPCT दे नाल, भाव सर्वंगसम त्रिभुजां दे संगत भाग बराबर हुंदे हन। प्यारे बच्चों, ध्यान नाल देख के दसो कि जिहड़ा कोण सी है अते कोण डी है, इन्हां नूं देख के तुहानूं किहड़ी याद आती है? जे आपां पिछली क्लासां वल ध्यान मारीए तो असीं पहलां पढ़िया सी कि जेकर दो रेखावां समांतर हन तो उन्होंने एक काटवी रेखा कटती है तो उन्होंने अंदरले पासे बने कोणों नूं की कहने हाँ एकांतर अंदरले कोण, तो वो हमेशा बराबर होंदे हैं। जेकर सी और डी बराबर आ गया है तो आप कह सकते हाँ कि कोण सी और कोण डी एकांतर अंदरले
ਕੋਣਾਂ ਦਾ ਜੋੜਾ ਹੈ। ਤੇ ਇਕਾਂਤਰ ਅੰਦਰਲੇ ਕੋਣ ਸਿਰਫ ਉਦੋਂ ਹੀ ਬਣ ਸਕਦੇ ਹਨ ਜਦੋਂ ਕਿ ਉਹ ਦੋ ਸਮਾਂਤਰ ਰੇਖਾਵਾਂ ਵਿੱਚ ਬਣਦੇ ਹਨ। ਭਾਵ ਅਸੀਂ ਕਹਿ ਸਕਦੇ ਹਾਂ AD ਸਮਾਂਤਰ ਹੈ BC ਦੇ। ਠੀਕ ਹੈ ਪਿਆਰੇ ਬੱਚਿਓ, ਇਹ ਸੀ ਸਾਡਾ ਸਵਾਲ ਨੰਬਰ 13। ਸੋ ਪਿਆਰੇ ਵਿਦਿਆਰਥੀਓ, ਇਹ ਸੀ ਵਰਕਸ਼ੀਟ ਦੇ ਨਾਲ ਸੰਬੰਧਿਤ ਸਵਾਲਾਂ ਦੇ ਹੱਲ। ਉਮੀਦ ਕਰਦਾ ਹਾਂ ਕਿ ਤੁਹਾਨੂੰ ਸਮਝ ਲੱਗੀ ਹੋਵੇਗੀ। ਅਗਲੇ ਕਿਸੇ ਲੈਕਚਰ ਵਿੱਚ ਦੁਬਾਰਾ ਮੁਲਾਕਾਤ ਹੋਵੇਗੀ। ਧੰਨਵਾਦ।